ਚਾਚਾ ਘਰੇ ਹੀ ਹੈ? ਵੀਰੇ ਡੈਡੀ ਤਾਂ ਘਰ ਹੈ ਨਹੀਂ। ਕੋਈ ਕੰਮ ਸੀ ਤਾਂ ਦੱਸ ਜਾ, ਮੈਂ ਸੁਨੇਹਾ ਲਾ ਦੂੰ। ਕੋਈ ਨਹੀਂ, ਮੈਂ ਫੇਰ ਆ ਜਾਊਂ। ਸੁਮਿਤਰਾ, ਹਾਂ ਭਾਈ ਤੂੰ ਕਿਵੇਂ? ਸੁਮਿਤਰਾ ਸੁੱਖ ਤਾਂ ਹੈ? ਹੋਰ ਨਿਰੰਦਰਪਾ ਕਿਵੇਂ ਆ? ਠੀਕ। ਹਾਂ ਠੀਕ ਹੈ। ਮੈਂ ਤੇਰੇ ਵੱਲ ਹੀ ਆ ਰਹੀ ਸੀ। ਚਲ ਚੰਗਾ ਹੋਇਆ ਤੂੰ ਮੈਨੂੰ ਰਸਤੇ 'ਚ ਹੀ ਮਿਲ ਗਿਆ। ਮੈਨੂੰ ਫੋਨ ਕਰ ਲੈਂਦੀ, ਮੈਂ ਆਪ ਹੀ ਘਰੇ ਆ ਜਾਂਦਾ। ਜੇ ਟੂਟੀਆਂ ਨਲਕਿਆਂ ਦਾ ਕੁਝ ਕਰਾਉਣਾ ਹੁੰਦਾ ਤਾਂ ਮੈਂ ਫੋਨ ਕਰਦੀ, ਪਰ ਗੱਲ ਬਹਿ ਕੇ ਕਰਨ ਵਾਲੀ ਸੀ। ਬਹਿ ਕੇ? ਕੀ ਦੱਸ। ਤੈਨੂੰ ਪਤਾ ਹੀ ਹੈ, ਤੈਨੂੰ ਤਾਂ ਕੰਮਕਾਰ ਲਈ ਬਾਹਰ ਜਾਣਾ ਪੈਂਦਾ ਹੈ ਨਾ। ਬਿਨਾਂ ਮਾਂ ਦੀ ਕੁੜੀ ਸਮਝ ਲਾ, ਫਿਰ ਕਾਵਾਂ ਦੇ ਮੂਹਰੇ ਮਾਂ ਸਿੱਟਣ ਵਾਲੀ ਗੱਲ ਹੋ ਜਾਂਦੀ ਹੈ। ਭੈਣੇ ਗੱਲ ਤਾਂ ਤੇਰੀ ਠੀਕ ਹੈ। ਜੇ ਕੁੜੀ ਦੀ ਮਾਂ ਹੁੰਦੀ, ਕੋਈ ਉਹਦੇ ਲਈ ਦਾਜ, ਕੋਈ ਟੂਮ ਟੱਕਾ, ਕੋਈ ਭਾਂਡਾ ਟਿੰਡਾ ਜੋੜਦੀ, ਮੈਂ ਵਿਚਾਰਾ ਇਕੱਲਾ ਕੀ ਕਰਾਂ। ਤੈਨੂੰ ਪਤਾ ਹੀ ਹੈ। ਬਾਕੀ ਆ ਜਿਹੜੀ ਜਿੱਥੇ ਰਹਿ ਰਹੇ ਹਾਂ ਅਸੀਂ, ਇਹ ਛੱਤ ਵੀ ਪਟਵਾਰੀ ਦੀ ਦਿੱਤੀ ਹੋਈ ਹੈ। ਉਹਦਾ ਕੀ ਪਤਾ ਕਦੋਂ ਕਹਿੰਦੇ ਜਾਓ ਭੱਜੋ ਇੱਥੋਂ। ਦਾਜ ਨੂੰ ਤੂੰ ਮਾਰ ਗੋਲੀ। ਤੇਰੀ ਧੀ ਤਾਂ ਆਪੇ ਖਰਾ ਸੋਨਾ ਹੈ। ਸੋਨੇ ਲਈ ਹੀਰਿਆਂ ਦੀ ਖਾਨ ਨੇ ਮੈਨੂੰ ਤੇਰੇ ਕੋਲ ਭੇਜਿਆ। ਮੁੰਡੇ ਕੋਲੇ ਆਪ ਦੀ ਕੋਠੀ ਹੈ, ਕੰਮ ਭਾਵੇਂ ਪ੍ਰਾਈਵੇਟ ਕਰਦਾ ਪਰ ਤਨਖਾਹ ਵਧੀਆ। ਮੁੰਡੇ ਦੇ ਸਿਰ ਤੇ ਬਾਪ ਹੈ ਨਹੀਂ, ਪਰ ਮੁੰਡੇ ਨੂੰ ਮਾੜਾ ਜਿਹਾ ਜਮਾਂਦਰੂ ਕਾਜ ਹੈ। ਪਰ ਜਦ ਘਰ-ਬਾਰ ਵਧੀਆ ਹੋਵੇ ਨਾ, ਫਿਰ ਸਾਰੇ ਕੱਜ ਢੱਕੇ ਜਾਂਦੇ ਨੇ। ਲੋਕੀ ਐਵੇਂ ਨਹੀਂ ਕਹਿੰਦੇ ਬਾਈ, ਜਿਨ੍ਹਾਂ ਦੀ ਕੋਠੀ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਬਾਕੀ ਤੂੰ ਆਪ ਵਿਚਾਰ ਲੈ, ਮੁੰਡੇ ਵਾਲੇ ਸੂਟ ਵੀ ਆਪ ਦਾ ਪਵਾ ਕੇ ਲੈ ਜਾਣਗੇ। ਕੁੜੀ ਤੇਰੀ ਰਾਜ ਕਰੂਗੀ, ਰਾਜ। ਚੱਲ ਮੈਂ ਘਰ ਜਾ ਕੇ ਵਿਚਾਰਦਾ, ਜਿਵੇਂ ਹੋਇਆ ਮੈਂ ਤੈਨੂੰ ਦੱਸ ਦੂੰਗਾ। ਚੰਗਾ, ਮੈਂ ਚੱਲਦਾ। ਮੇਰੀ ਰਾਣੀ ਦੀ ਲੱਗੀ ਹੋਈ ਹੈ ਭਾਂਡੇ ਮਾਂਜਣ। ਆ ਗਏ ਡੈਡੀ ਜੀ ਤੁਸੀਂ? ਆ ਗਿਆ ਪੁੱਤ। ਡੈਡੀ, ਉਹ ਪਟਵਾਰੀਆ ਦਾ ਮੁੰਡਾ ਆਇਆ ਸੀ। ਪਟਵਾਰੀਆਂ ਦਾ ਮੁੰਡਾ? ਕੀ ਕਹਿੰਦਾ ਸੀ ਉਹ? ਡੈਡੀ ਦੱਸ ਕੇ ਤਾਂ ਕੁਝ ਨਹੀਂ ਗਿਆ। ਮੈਂ ਪੁੱਛਿਆ ਵੀ ਸੀ ਕਿ ਮੈਨੂੰ ਦੱਸ ਜਾ, ਉਹ ਕਹਿੰਦਾ ਮੈਂ ਫਿਰ ਦੁਬਾਰਾ ਤੋਂ ਆ ਜਾਊਂ। ਐ ਕਰੋ ਡੈਡੀ, ਮੈਂ ਪਾਣੀ ਲੈ ਕੇ ਆਂਦੀ ਆ, ਤੁਸੀਂ ਪਹਿਲਾਂ ਮੂੰਹ ਹੱਥ ਧੋ ਲਓ। ਤੈਨੂੰ ਪਤਾ ਹੀ ਹੈ, ਤੈਨੂੰ ਤਾਂ ਕੰਮਕਾਰ ਲਈ ਬਾਹਰ ਜਾਣਾ ਪੈਂਦਾ ਹੈ ਨਾ। ਬਿਨਾਂ ਮਾਂ ਦੀ ਕੁੜੀ ਸਮਝ ਲਾ, ਫਿਰ ਕਾਵਾਂ ਦੇ ਮੂਹਰੇ ਮਾਂ ਸਿੱਟਣ ਵਾਲੀ ਗੱਲ ਹੋ ਜਾਂਦੀ ਹੈ। ਸਮਝ ਲਾ, ਫਿਰ ਕਾਵਾਂ ਦੇ ਮੂਹਰੇ ਮਾਂ ਸਿੱਟਣ ਵਾਲੀ ਗੱਲ ਹੋ ਜਾਂਦੀ ਹੈ। ਸਮਝ ਲਾ, ਫਿਰ ਕਾਵਾਂ ਦੇ ਮੂਹਰੇ ਮਾਂ ਸਿੱਟਣ ਵਾਲੀ ਗੱਲ ਹੋ ਜਾਂਦੀ ਹੈ। ਲੈ ਵੀ ਸੁਖਜੋਤ, ਤੇਰੇ ਤਾਂ ਵੱਜ ਗਏ ਵਾਜੇ। ਨੀ ਅੜੀਏ, ਤੇਰੇ ਤਾਂ ਭਾਗ ਹੀ ਖੁੱਲ ਗਏ। ਨਾਲੇ ਤੈਨੂੰ ਪਤਾ ਹੈ ਜੀਜੇ ਦੀ ਜਹਾਜ਼ ਜਿੱਡੀ ਗੱਡੀ ਹੈ। ਹੌਲੀ ਬੋਲ, ਕਿਥੇ ਇੱਥੇ ਨਾ ਦੋਹਾਂ ਦੇ ਵਾਜੇ ਵੱਜਣ। ਲੱਗੀ ਆ ਵੱਡੀ ਜਹਾਜ਼ ਜਿੱਡੀ ਗੱਡੀ ਦੀ। ਚੱਲ ਚੱਲ,
ਲੈ ਹੁਣ ਬਾਬੇ ਦਾ ਨਾਮ ਕਰ ਮੈਦਾਨ ਫਤਿਹ। ਭਰਾ ਜੀ, ਰੱਬ ਦਾ ਦਿੱਤਾ ਸਾਰਾ ਕੁਝ ਹੈ। ਬਾਕੀ ਇਹ ਚੰਦ ਦਾ ਟੁਕੜਾ ਜਿਸ ਦਿਨ ਸਾਡੇ ਘਰ ਚਲਾ ਗਿਆ, ਸਾਡੇ ਘਰ ਵਿੱਚ ਤਾਂ ਚਾਨਣ ਹੀ ਚਾਨਣ ਹੋ ਜਾਣਾ। ਭੈਣ ਜੀ ਤਾਂ ਤੁਹਾਡਾ ਵੜੱਪਣ ਹੈ। ਸੁੱਖ ਪੁੱਤ, ਇੱਧਰ ਆ, ਮੇਰੇ ਕੋਲ ਬੈਠ। ਲੋ ਭੈਣ ਜੀ, ਕਰੋ ਮੂੰਹ ਮਿੱਠਾ ਤੇ ਦੋ ਵਧਾਈਆਂ। ਰਾਜੇਸ਼ ਪੁੱਤ, ਤੂੰ ਵੀ ਆ ਜਾ ਇੱਧਰ। राजेश, राजेश उठो, चाय पी लो, चाय पी लो। ਇੰਨਾ ਪਿਆਰ, ਤੁਹਾਡੇ ਇਸ ਪਿਆਰ ਨੇ ਕਿਸ ਦਿਨ ਮੇਰੀ ਜਾਨ ਕੱਢ ਲੈਣੀ ਹੈ। ਤੇਰੇ ਤੱਕ ਪਹੁੰਚਣ ਤੋਂ ਪਹਿਲਾਂ ਮੌਤ ਨੂੰ ਮੇਰੇ ਨਾਲ ਨਜਿੱਠਣਾ ਪੈਣਾ। ਸੁਣ ਗਿਆ? ਸੁਖਜੋਤ, ਮੇਰੇ ਕੋਲ ਤੇਰੇ ਲਈ ਇੱਕ ਸਰਪ੍ਰਾਈਜ਼ ਹੈ। राजेश, पहला चाय तो पी लो, ठंडी हो रही है। हार मेरे लिए? हाँ, तेरे लिए। बहुत सोहने है। तेरे लिए तो जान भी हाजिर है। राजेश, मेरा सोना हीरा सब कुछ तुसी हो। नहीं जान, ये चीज़ां भी जरूरी ने। चलो पहला चाय पी लो। हाँ, लियो। गज टुट गया दर्जी दा, गहनिया तो की लेने, माया मिल गया मर्जी दा। थैंक यू।
ਚਾਹ ਬੜੀ ਸਵਾਦ ਬਣਾਈ ਹੈ। ਸੁੱਖ, ਆਪਣੇ ਘਰੇ ਹੁਣ ਬੜੀ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਤੇ ਮੈਂ ਤੇ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਹਾਂ ਕਿ ਮੈਨੂੰ ਛੇਤੀ ਤੋਂ ਛੇਤੀ ਪੋਤੇ ਦੀ ਦਾਤ ਬਖਸ਼ੇ। ਲੈ ਪੁੱਤ, ਆ ਚਾਬੀਆਂ ਦਾ ਭਾਰ ਹੁਣ ਮੈਂ ਕਦੋਂ ਤੱਕ ਚੁੱਕੀ ਫਿਰੂੰਗੀ। ਆ ਘਰ ਤੇ ਇਸ ਘਰ ਦੀ ਅੰਸ਼, ਆ ਵਾਗਡੋਰ ਹੁਣ ਸਾਰੀ ਤੇਰੇ ਹੱਥ ਹੈ। ਮੰਮੀ ਜੀ, ਆ ਜ਼ਿੰਮੇਵਾਰੀ ਤਾਂ ਠੀਕ ਹੈ, ਪਰ ਆ ਚਾਬੀਆਂ ਦਾ ਭਾਰ ਮੇਰੇ ਤੋਂ ਨਹੀਂ ਚੁੱਕ ਹੋਣਾ। ਨਾ ਪੁੱਤ, ਇਹ ਜ਼ਿੰਮੇਵਾਰੀ ਹੁਣ ਤੇਰੀ ਹੈ, ਆਪੇ ਸਾਂਭ। ਮੰਮੀ ਜੀ, ਜੇ ਤੁਸੀਂ ਨਾ ਹੁੰਦੇ ਤਾਂ ਮੈਨੂੰ ਕਿੱਥੋਂ ਪਤਾ ਚੱਲਦਾ ਕਿ ਇੱਕ ਮਾਂ ਦਾ ਪਿਆਰ ਕੀ ਹੁੰਦਾ ਹੈ। ਨਾ ਮੇਰੀ ਧੀ, ਰੋਂਦੇ ਨਹੀਂ ਹੁੰਦੇ, ਚੁੱਪ ਕਰ। ਚਲੋ ਨੇਹੂ ਬੇਟਾ, ਦਾਦੀ ਮੰਮਾ ਨੂੰ ਮੱਥਾ ਟੇਕੋ। जी सुनना एक मिनट। आई लव यू राजेश। नेहू बेटा जल्दी करो, स्कूल दी वैन आउण वाली है। मम्मा मम्मा टिफिन दे दो। आलो बेटा, खाना याद नाल खा लेना ते स्कूल अपना ध्यान नाल जाना, ठीक है बेटा? बाय।
ਰਾਜੇਸ਼ ਕੀ ਹੋਇਆ? ਸੁੱਖ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਆ। ਦੱਸੋ ਤਾਂ ਸਹੀ ਕੀ ਹੋਇਆ? ਸੁੱਖ ਮੇਰੀ ਨੌਕਰੀ, ਰਾਜੇਸ਼ ਕੀ ਹੋਇਆ ਨੌਕਰੀ ਨੂੰ? ਸੁੱਖ ਕੰਪਨੀ ਘਾਟੇ ਚਲੀ ਗਈ, ਕੰਪਨੀ ਬੰਦ ਹੋ ਗਈ, ਹੁਣ ਕੁਝ ਨਹੀਂ ਹੋ ਸਕਦਾ। ਕੋਈ ਗੱਲ ਨਹੀਂ, ਟੈਨਸ਼ਨ ਨਾ ਲਵੋ, ਆ ਲਓ ਪਾਣੀ ਪੀ ਲਓ। ਕੋਈ ਗੱਲ ਨਹੀਂ, ਨੌਕਰੀ ਆਪਾਂ ਹੋਰ ਵੇਖ ਲਵਾਂਗੇ, ਟੈਨਸ਼ਨ ਨਾ ਲਵੋ। ਜਿੰਨੇ ਮੁਸੀਬਤ ਪਾਈ ਹੈ ਉਹ ਕੱਟੇਗਾ ਵੀ ਆਪ ਹੀ। ਸੁੱਖ ਕੀ ਹੋਇਆ ਰਾਜੇਸ਼? ਸਰੀਰ ਸਭ ਨੂੰ ਖੜਾ ਸੁੱਖ। ਰਾਜੇਸ਼ ਰਾਜੇਸ਼ ਕੀ ਹੋਇਆ? ਰਾਜੇਸ਼ ਕੀ ਹੋਇਆ ਤੁਹਾਨੂੰ? हे परमात्मा, साडियां भुल्लां बख्श। मैं नहीं माणी, ये निक्की बच्ची लैके कित्थे जाऊंगी? साडे ते मेहर कर प्रभु, साडे ते मेहर कर। ਮੰਮਾ ਮੰਮਾ ਨਾਨੂ ਦਾ ਫੋਨ ਆਇਆ। ਹੈਲੋ। ਹਾਂ ਸੁਖਪੁੱਤ, ਉਹ ਡਾਕਟਰ ਕਹਿੰਦੇ ਵੀ ਬਿੱਲ ਜਮ੍ਹਾਂ ਕਰਾ ਦਿਓ ਤੇ ਆਪਣੇ ਪੇਸ਼ੈਂਟ ਨੂੰ ਲੈ ਜਾਓ। ਬਾਕੀ ਇਲਾਜ ਦਵਾਈਆਂ ਤੇ ਥੈਰੇਪੀ ਨਾਲ ਹੋਣਾ ਰਾਜੇਸ਼ ਦਾ। ठीक है डैडी। डैडी जी पहले ये दसो बिल किन्ना को बने? ਬਿੱਲ ਬਣ ਗਿਆ ਹੋਣਾ 5 ਲੱਖ ਦੇ ਨੇੜੇ ਤੇੜੇ। 5 ਲੱਖ? ਮੰਮਾ ਕੀ ਹੋਇਆ? कुछ नहीं होया बेटा। हार मेरे लिए? हाँ तेरे लिए। बहुत सोहने हैं।
नेहू बेटा उठ जो, चाय पी लो। नेहू। राजेश, राजेश उठो, चाय पी लो। हेलो। हेलो। सत श्री अकाल अंकल जी। सत श्री अकाल भाई। मैं राजेश ਦੇ ਘਰੋਂ ਬੋਲ ਰਹੀ ਹਾਂ। ਹਾਂਜੀ ਬੋਲੋ। ਮੈਂ ਤੁਹਾਨੂੰ ਰਾਸ਼ਨ ਦੀ ਲਿਸਟ WhatsApp ਕਰ ਦਿੱਤੀ ਹੈ, ਘਰ ਰਾਸ਼ਨ ਪਹੁੰਚਾ ਦੇਣਾ। ਦੇਖੋ ਬੇਟਾ, ਗੱਲ ਦਾ ਬੁਰਾ ਮੰਨੋ ਭਾਵੇਂ ਚੰਗਾ, ਪਹਿਲਾਂ ਪਿਛਲਾ ਹਿਸਾਬ ਕਿਤਾਬ ਕਲੀਅਰ ਕਰ ਜੋ, ਫਿਰ ਰਾਸ਼ਨ ਜਿੰਨਾ ਮਰਜ਼ੀ ਲੈ ਜਾਓ। ਆਪਾਂ ਰਾਸ਼ਨ ਦੇਣ ਵਾਸਤੇ ਹੀ ਬੈਠੇ ਆ। मम्मा मम्मा मैम ने कहा फीस नहीं आई, कल तो स्कूल नहीं आना। राजेश कुमार जी, हाँ जी। थोड़ा नोटिस आया है। ਰਾਜੇਸ਼, ਕੌਣ ਆਇਆ ਸੀ ਗੇਟ ਤੇ? ਸੁੱਖਾ, ਆਪਣੇ ਮਕਾਨ ਦੀਆਂ ਕਿਸ਼ਤਾਂ ਨਹੀਂ ਗਈਆਂ, ਘਰ ਸੀਜ ਹੋਣ ਦਾ ਨੋਟਿਸ ਆਇਆ। मम्मा मम्मा बलजीत अंकल ने मैनू आइसक्रीम दिलवाई है। नेहू बेटा, किसी कोलों चीज नहीं ली दी। बेगानिया तो नहीं चीज ਲਈ ਦੀ, मैं ਤਾਂ ਤੁਹਾਡਾ ਆਪਣਾ ਹੀ ਆ। ਹੋਰ ਭੈਣ, राजेश किवें आ? ठीक आ? ठीक है वीर जी। की हाल चाल आ राजेश? ताकड़ा हो यार, तू तो ही ढेरी ढा के बह गया।
ਨੇਹੂ ਬੇਟਾ, ਅੰਕਲ ਦੇ ਸਮਾਨ ਨੂੰ ਕਿਉਂ ਛੇੜ ਰਹੇ ਹੋ? ਲੈ ਦੱਸ ਭੈਣ ਜੀ, ਮੈਂ ਇਹਨਾਂ ਲਈ ਲੈ ਕੇ ਆਇਆ, ਮੇਰਾ ਕੌਣ ਆ? ਬੱਚੇ ਭਵਿੱਖ ਸਵਾਰਨ ਲਈ ਬਾਹਰ ਤੁਰ ਗਏ, ਘਰ ਵਾਲੀ ਰੱਬ ਨੂੰ ਪਿਆਰੀ ਹੋ ਗਈ, ਨੇਹਾ ਦੇ ਸਹਾਰੇ ਤਾਂ ਮੈਂ ਦਿਨ ਕੱਟੀ ਜਾਂਦਾ। ਨਾਲੇ ਤੁਸੀਂ ਵੀ ਆਪਣਾ ਖਿਆਲ ਰੱਖਿਆ ਕਰੋ, ਐਮਰਜੈਂਸੀ ਹੋਵੇ ਮੈਨੂੰ ਕਦੇ ਵੀ ਕਾਲ ਮਾਰ ਦਿਓ, ਮੈਂ ਉੜੇ ਹੀ ਆਉਂਗਾ। ਚੰਗਾ ਪੁੱਤ, ਰਜੇਸ਼ ਦਾ ਚੈੱਕਅਪ ਮੈਂ ਹੀ ਕਰਵਾ ਲੈਣਾ, ਤੂੰ ਘਰੇ ਰਹਿ, ਜਵਾਕ ਦਾ ਧਿਆਨ ਰੱਖ। ਨੇਹਾ ਨੂੰ ਤਾਂ ਬਾਲੜੀ ਨੂੰ ਪਹਿਲਾਂ ਹੀ ਬੁਖਾਰ ਚੜਿਆ ਪਿਆ, ਕੀ ਪਤਾ ਕਦੋਂ ਲੋੜ ਪੈ ਜਾਵੇ ਘਰ ਤੇਰੀ। ਠੀਕ ਹੈ ਡੈਡੀ ਜੀ, ਹਸਪੀਟਲ ਸੜਕ ਪਾਰ ਕਰਕੇ ਹੀ ਹੈ। ਮੈਂ ਨੇਹੂ ਨੂੰ ਦਵਾਈ ਦੇ ਕੇ ਤੁਹਾਡੇ ਕੋਲ ਹੀ ਆ ਜਾਊਂਗੀ ਹਸਪੀਟਲ। ਤੂੰ ਫਿਕਰ ਨਾ ਕਰ ਪੁੱਤ, ਜੇ ਲੋੜ ਪਈ ਤਾਂ ਮੈਂ ਆਪੇ ਫੋਨ ਕਰ ਦੂੰ ਤੈਨੂੰ, ਕੀ ਪਤਾ ਜਵਾਕ ਨੂੰ ਕਦ ਲੋੜ ਪੈ ਜਾਵੇ। ਤੂੰ ਚੱਲ, ਜਵਾਕ ਦਾ ਧਿਆਨ ਰੱਖ। ਚੱਲ ਚੱਲ, ਠੀਕ ਹੈ ਮੈਂ ਡੈਡੀ ਜਾਣਾ। ਜੀ। ਭੈਣ ਜੀ, ਮੈਂ ਬਾਜ਼ਾਰ ਚੱਲਿਆ ਸੀ, ਕੋ ਮੰਗਾਉਣਾ ਤਾਂ ਦੱਸ ਦੋ। ਨਹੀਂ ਭਾਜੀ,
ਡੈਡੀ ਆਏ ਹੋਏ ਨੇ, ਆਉਂਦੇ ਹੋਏ ਲੈ ਆਉਣਗੇ। ਮੈਂ ਕਮਰੇ 'ਚ ਦੇਖਿਆ ਸੀ, ਰਜੇਸ਼ ਹੈ ਨਹੀਂ ਉੱਥੇ। ਡੈਡੀ ਜੀ ਗਏ ਹੋਏ ਨੇ ਉਹਨਾਂ ਨੂੰ ਲੈ ਕੇ, ਉਹਨਾਂ ਦਾ ਚੈੱਕਅਪ ਕਰਵਾਉਣ ਹਸਪੀਟਲ। ਸੁਖਜੋਤ, ਸੁਖਜੋਤ, ਤੈਨੂੰ ਕੱਲਾਪਣ ਤੰਗ ਨਹੀਂ ਕਰਦਾ। ਕੀ ਮਤਲਬ ਹੈ ਤੁਹਾਡਾ? ਸੁਖਜੋਤ ਦੇਖ, ਦੁੱਖ ਤੇ ਕੱਲੇ ਆਦਮੀ ਨੂੰ ਨਹੀਂ, ਜਨਾਨੀ ਨੂੰ ਵੀ ਖਾ ਜਾਂਦੇ ਆ। ਤੂੰ ਹਾਮੀ ਭਰੇ ਤਾਂ ਦੋ ਕੱਲੇ ਮਿਲ ਕੇ ਦੁੱਖਾਂ ਦੇ ਪਹਾੜ ਨੂੰ ਸੁੱਖਾਂ ਦੇ ਨਜ਼ਾਰੇ ਬਣਾ ਸਕਦੇ ਆ। ਭਾਜੀ, ਲੱਗਦਾ ਤੁਸੀਂ ਹੋਸ਼ 'ਚ ਨਹੀਂ। ਸੱਚ ਪੁੱਛੇ ਸੁਖਜੋਤ, ਤੂੰ ਮੇਰੀ ਰਾਤਾਂ ਦੀ ਨੀਂਦ, ਦਿਨ ਦਾ ਚੈਨ ਸਭ ਕੁਝ ਲੁੱਟ ਲਿਆ। ਤੂੰ ਤਾਂ ਕੁਦਰਤ ਦੀ ਪੱਖੀ ਚੋਂ ਨਿਕਲਿਆ ਉਹ ਚਸ਼ਮਾ ਜਿਹਦੇ ਵਿੱਚ ਨਹਾ ਕੇ ਫਰਿਸ਼ਤੇ ਵੀ ਸਵਰਗਾਂ ਦਾ ਰਾਹ ਭੁੱਲ ਜਾਣਾ। ਮੈਂ ਤਾਂ ਫੇਰ ਇੱਕ ਇਨਸਾਨ ਹਾਂ। ਕਿੱਥੇ ਖਿੱਚੀ ਫਿਰੇਂਗੀ ਇਸ ਲੂਲੇ ਲਾਂਗੜੇ ਨੂੰ? ਤੂੰ ਮੇਰਾ ਖਿਆਲ ਰੱਖ, ਮੈਂ ਤੇਰੇ ਬੱਚਿਆਂ ਦਾ, ਰਜੇਸ਼ ਦਾ, ਸਭ ਦਾ ਖਿਆਲ ਰੱਖੂੰਗਾ। ਭਰੀ ਜਵਾਨੀ 'ਚ ਤੈਨੂੰ ਵੀ ਤਾਂ ਰਾਤਾਂ ਡੰਗ ਮਾਰਦੀਆਂ ਹੋਣਗੀਆਂ। ਲੋੜ ਦੇ ਬਦਲੇ ਲੋੜ ਪੂਰੀ ਕਰਨਾ ਵੀ ਤਾਂ ਬਿਜ਼ਨਸ ਹੀ ਹੁੰਦਾ। ਸੋਚ ਲੈ, ਤੂੰ ਮੇਰੇ ਨਾਲ ਪਾਰਟਨਰਸ਼ਿਪ ਕਰ ਲਈ। ਕਮਰਾ ਭਾਵੇਂ ਇੱਕ ਹੀ ਹੈ, ਪਰ ਲੱਗਦਾ ਹੁਣ ਹੱਥ ਕੁਝ ਸੌਖਾ ਹੋ ਜੂ। ਜਿਹੜੀ ਬਜ਼ੁਰਗ ਮਾਤਾ ਜੀ ਦੀ ਮੈਂ ਦੇਖਭਾਲ ਕਰਨ ਦਾ ਕੰਮ ਫੜਿਆ, ਉਹ ਵਿਆਜੂ ਪੈਸੇ ਦੇਣ ਨੂੰ ਹਾਮੀ ਭਰਦੀ ਏ। ਜੇ ਦੇ ਦੇਵੇ ਤਾਂ ਲੋਨ ਦੀਆਂ ਕਿਸ਼ਤਾਂ ਚੁੱਕਦਿਆਂ ਕਰਕੇ ਆਪਾਂ ਆਪਣੇ ਘਰ ਚਲੇ ਜਾਵਾਂਗੇ। ਮੈਂ ਤਾਂ ਤੇਰੀ ਜ਼ਿੰਦਗੀ ਵੀ ਨਰਕ ਬਣਾਤੀ। ਨਾ ਜੀ, ਇੰਜ ਨਾ ਆਖੋ। ਮੇਰੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਹੈ। ਸੁੱਖ ਦੁੱਖ, ਅਮੀਰੀ ਗਰੀਬੀ ਤਾਂ ਧੁੱਪ ਛਾਂ ਦਾ ਪਰਛਾਵਾਂ ਏ। ਜੇ ਸੁੱਖ ਨਹੀਂ ਰਿਹਾ ਤਾਂ ਰਹਿਣਾ ਦੁੱਖ ਵੀ ਨਹੀਂ ਜ਼ਿਆਦਾ ਚਿਰ। ਜਾਨ ਦਾ ਖੋ ਬਣ ਚੁੱਕੀ ਹੈ ਚਿੱਟੀ ਚਮੜੀ। ਹੁਣ ਇਹ ਅਪਾਹਿਜ ਪਤੀ ਨੂੰ ਲੈ ਕੇ ਕਿੱਥੇ ਜਾਵਾਂ? ਬਸ ਹੁਣ ਮੈਂ ਉਸ ਨੂੰ ਮਿਲੇ ਬਗੈਰ ਨਹੀਂ ਰਹਿ ਸਕਦਾ। ਔਰਤ ਦੀ ਇੱਜ਼ਤ ਇੰਨੀ ਹੌਲੀ ਨਹੀਂ ਕਿ ਬੰਦਾ ਦਰਿਆ ਬਣ ਕੇ ਉਸ ਨੂੰ ਕੱਖਾਂ ਵਾਂਗੂ ਬਹਾ ਕੇ ਲੈ ਜਾਵੇ। ਔਰਤ ਦੁਰਗਾ ਹੈ, ਚੰਡੀ ਹੈ ਤੇ ਝਾਂਸੀ ਦੀ ਰਾਣੀ ਵੀ।
ਅੱਜ ਜਾਂ ਤਾਂ ਉਹ ਨਹੀਂ ਜਾਂ ਮੈਂ ਨਹੀਂ, ਮਰ ਜਾऊं ਜਾਂ ਮਾਰ ਦੂੰ, ਪਰ ਇਸ ਬੰਦੇ ਨੂੰ ਜ਼ਰੂਰ ਦੱਸੋ ਕਿ ਔਰਤ ਕੀ ਚੀਜ਼ ਹੁੰਦੀ ਹੈ। हे प्रभु, तू ही कोई हिला वसीला कर। मेरे च तां हिम्मत ही नहीं पैंदी। ਜਦੋਂ ਦਾ ਮੈਂ ਉਸ ਮੂਰਤ ਨੂੰ ਦੇਖਿਆ ਨਾ, ਮੇਰਾ ਆਪਣਾ ਹੀ ਦਿਲ ਮੇਰੇ ਵਾਸ ਚ ਨਹੀਂ ਰਹੀ। ਕਰੋ ਕਿਰਪਾ ਮਹਾਰਾਜ, ਉਹਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਆਪਣਾ ਤਬਦਾ ਅੰਦਰ ਠਾਰ ਲਵਾਂ। ਕਰੋ ਕਿਰਪਾ ਮਹਾਰਾਜ, ਹਿੰਮਤ ਬਖਸ਼ੋ। ਰੱਬਾ, ਤੂੰ ਆਖਰ ਮੇਰੀ ਸੁਣੀ ਲਈ। ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਮੇਰੀ ਧੀ ਮੈਨੂੰ ਆਪ ਚੱਲ ਕੇ ਮਿਲਣ ਆਈ ਆ। ਧੀ? ਹਾਂ, ਧੀ। चल आ, चल मेरे नाल। ਉਹਨਾਂ ਦਿਨਾਂ 'ਚ ਮੈਂ ਅਮਰੀਕਾ ਰਹਿੰਦਾ ਸੀ, ਜਦੋਂ ਇੱਕ ਦਿਨ ਅਚਾਨਕ ਮੈਨੂੰ ਮਨਹੂਸ ਖਬਰ ਮਿਲੀ ਕਿ ਮੇਰੀ ਪਤਨੀ ਤੇ ਮੇਰੀ ਧੀ ਦੋਵੇਂ ਇੱਕ ਕਾਰ ਐਕਸੀਡੈਂਟ ਵਿੱਚ ਮਾਰੇ ਗਏ। ਮੇਰੀ ਤਾਂ ਜਾਣੋ ਹੱਸਦੀ ਵਸਦੀ ਦੁਨੀਆ ਹੀ ਉਜੜ ਗਈ। ਇਸ ਭਰੀ ਦੁਨੀਆ ਦੇ ਵਿੱਚ ਮੈਂ ਬਿਲਕੁਲ ਇਕੱਲਾ ਰਹਿ ਗਿਆ। ਮੈਂ ਤਾਂ ਆਪਣਾ ਸਭ ਕੁਝ ਵੇਚ ਕੇ ਅਮਰੀਕਾ ਵਾਪਸ ਚੱਲਿਆ ਸੀ, ਤੇ ਫਿਰ ਇੱਕ ਦਿਨ ਅਚਾਨਕ ਮੈਂ ਗਲੀ 'ਚ ਤੈਨੂੰ ਜਾਂਦਿਆਂ ਦੇਖਿਆ। ਮੇਰੇ ਤਾਂ ਜਾਣੋ ਪੈਰਾਂ ਤੋਂ ਜ਼ਮੀਨ ਹੀ ਨਿਕਲ ਗਈ। ਸੱਚਮੁੱਚ ਕੁਦਰਤ ਦਾ ਇਹ ਕਰਿਸ਼ਮਾ ਦੇਖ ਕੇ ਮੈਨੂੰ ਤਾਂ ਆਪਣੀਆਂ ਅੱਖਾਂ ਤੇ ਵੀ ਯਕੀਨ ਨਹੀਂ ਆਇਆ। ਮੇਰੀ ਧੀ ਪ੍ਰਤੱਖ ਮੇਰੇ ਸਾਹਮਣੇ ਤੁਰੀ ਜਾ ਰਹੀ ਹੈ। ਸੱਚਮੁੱਚ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਕਿ ਉਸ ਦਿਨ ਮੈਂ ਆਪਣੇ ਦਿਲ ਨੂੰ ਕਿਵੇਂ ਕਾਬੂ ਵਿੱਚ ਕੀਤਾ। ਫਿਰ ਇੱਕ ਦਿਨ
ਮੈਂ ਤੈਨੂੰ ਆਪਣੇ ਘਰ ਦੇ ਸਾਹਮਣੇ ਛੱਤ ਤੇ ਵਾਲ ਸਕਾਉਂਦੇ ਦੇਖਿਆ। ਸੱਚ ਜਾਣੀ, ਮੈਨੂੰ ਤੇਰੇ ਚੋਂ ਸਿਰਫ ਤੇ ਸਿਰਫ ਆਪਣੀ ਧੀ ਦਿਖਾਈ ਦਿੱਤੀ ਸੀ। ਬਸ ਫਿਰ ਮੈਂ ਆਪਣੇ ਦਿਲ ਹੱਥੋਂ ਮਜਬੂਰ ਹੋ ਕੇ ਤੇਰੇ ਛੱਤ ਤੇ ਚੜ੍ਹਨ ਦਾ ਇੰਤਜ਼ਾਰ ਕਰਦਾ ਰਹਿੰਦਾ ਤੇ ਵਾਹ ਲੱਗਦੀ ਕੋਸ਼ਿਸ਼ ਕਰਦਾ ਕਿ ਇਸ ਗੱਲ ਦਾ ਤੈਨੂੰ ਪਤਾ ਨਾ ਚੱਲੇ। ਪਰ ਜਦੋਂ ਤੈਨੂੰ ਪਤਾ ਲੱਗ ਹੀ ਗਿਆ ਕਿ ਮੇਰੀਆਂ ਨਜ਼ਰਾਂ ਹਮੇਸ਼ਾ ਤੈਨੂੰ ਭਾਲਦੀਆਂ ਰਹਿੰਦੀਆਂ ਨੇ, ਤਾਂ ਫਿਰ ਮੈਂ ਚਾਹ ਕੇ ਵੀ ਤੈਨੂੰ ਆਪਣੀ ਹਾਲਤ ਬਿਆਨ ਨਾ ਕਰ ਸਕਿਆ। ਇਸ ਚੰਦਰੇ ਸਮਾਜ ਦੇ ਡਰ ਤੋਂ ਸਿਰਫ ਇੱਕ ਸੜਕ ਦੀ ਦੂਰੀ ਹੁੰਦੇ ਹੋਏ ਵੀ ਮੈਂ ਆਪਣੀ ਧੀ ਤੋਂ ਕੋਹਾਂ ਦੂਰ ਸੀ। ਬਹੁਤ ਵਾਰ ਕੋਸ਼ਿਸ਼ ਕੀਤੀ, ਪਰ ਮੇਰੀ ਜ਼ੁਬਾਨ ਨੇ ਕਦੇ ਮੇਰਾ ਸਾਥ ਨਾ ਦਿੱਤਾ। ਮੈਂ ਚਾਹ ਕੇ ਵੀ ਤੈਨੂੰ ਆਪਣੀ ਹਾਲਤ ਬਿਆਨ ਨਹੀਂ ਕਰ ਸਕਿਆ। ਮੇਰਾ ਦਿਲ ਤਾਂ ਤੇਰੇ ਚੋਂ ਆਪਣੀ ਧੀ ਪਾਲਦਾ ਹੈ, ਪਰ ਇਹ ਦੋ ਧਾਰੀ ਤਲਵਾਰ ਦੁਨੀਆ ਨੂੰ ਕਿਵੇਂ ਸਮਝਾਵਾਂ? ਮੈਂ ਤਾਂ ਆਦਮ ਜਾਤਾਂ, ਬਦਨਾਮੀ ਸਹਿ ਵੀ ਲਵਾਂਗਾ, ਪਰ ਮੇਰੀ ਧੀ ਨਹੀਂ। ਮੈਂ ਤੇਰੀ ਇੱਜ਼ਤ ਤੇ ਦਾਗ ਨਹੀਂ ਲੱਗਣ ਦੇ ਸਕਦਾ। ਪਰ ਹੁਣ ਮੈਨੂੰ ਆਪਣੀ ਪ੍ਰਾਪਰਟੀ ਵੇਚਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਰੱਬ ਨੇ ਮੈਨੂੰ ਮੇਰੀ ਧੀ ਵਾਪਸ ਮੋੜਤੀ। ਮੇਰਾ ਮੂਲ ਤਾਂ ਮੁੜਿਆ ਸੋ ਮੁੜਿਆ। ਰੱਬ ਨੇ ਵਿਆਜ ਵੀ ਚੋਖਾ ਲਾ ਕੇ ਮੇਰੀ ਝੋਲੀ ਭਰ ਦਿੱਤੀ। ਅੰਕਲ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਅੰਕਲ ਨਹੀਂ ਪੁੱਤਰ, ਪਾਪਾ। ਇੱਕ ਵਾਰ, ਸਿਰਫ ਇੱਕ ਵਾਰ ਮੈਨੂੰ ਆਪਣੇ ਮੂੰਹੋਂ ਪਾਪਾ ਕਹਿ ਦੇ। ਸੱਚ ਆਖਾਂ, ਮੇਰਾ ਰੋਮ ਰੋਮ ਤਰਸਿਆ ਪਿਆ ਤੇਰੇ ਮੂੰਹੋਂ ਪਾਪਾ ਸੁਣਨ ਦੇ ਲਈ। ਪਾਪਾ, ਚੱਲ ਪੁੱਤਰ, ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਆਪਣੇ ਜਵਾਈ ਤੇ ਆਪਣੀ ਦੋਤੀ ਨੂੰ ਮਿਲਣ ਦਾ। ਅਗਲੇ ਹਫਤੇ ਮੇਰੀ ਅਮਰੀਕਾ ਵਾਪਸੀ ਆ ਤੇ ਮੈਂ ਜਾਣ ਤੋਂ ਪਹਿਲਾਂ ਆਪਣਾ ਸਾਰਾ ਕੁਝ, ਆਪਣੀ ਜ਼ਮੀਨ ਜਾਇਦਾਦ ਆਪਣੀ ਧੀ ਦੇ ਨਾਮ ਕਰਕੇ ਜਾਣਾ ਚਾਹੁੰਦਾ। ਰਜੇਸ਼ ਪੁੱਤਰ, ਨਾ ਕਰਕੇ ਮੈਨੂੰ ਨਿਰਾਸ਼ ਨਾ ਕਰੀ। ਨਹੀਂ ਪਾਪਾ ਜੀ, ਅਸੀਂ ਤੁਹਾਡੀ ਹਰ ਇੱਛਾ ਪੂਰੀ ਕਰਾਂਗੇ, ਪਰ ਇਹ ਤੁਹਾਡੀ ਜਾਇਦਾਦ ਕਿਵੇਂ? ਇਹਦਾ ਮਤਲਬ ਤੂੰ ਮੈਨੂੰ ਸਿਰਫ ਮੇਰਾ ਦਿਲ ਰੱਖਣ ਵਾਸਤੇ ਪਾਪਾ ਕਿਹਾ, ਦਿਲੋਂ ਮੰਨਿਆ ਨਹੀਂ। ਨਹੀਂ ਪਾਪਾ ਜੀ, ਐਵੇਂ ਨਾ ਆਖੋ। ਤੁਹਾਡਾ ਕਹਿਣਾ ਨਾ ਦੁਨੀਆ ਦਾ ਪਿਓ ਦੀ ਰਿਸ਼ਤੇ ਤੋਂ ਵਿਸ਼ਵਾਸ ਉੱਠਣਾ ਹੈ। ਨਾਨੂ, ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ? ਨਹੀਂ ਪੁੱਤਰ, ਮੈਂ ਤਾਂ ਸਿਰਫ ਤੇਰੇ ਪਾਪਾ ਦਾ ਇਲਾਜ ਤੇ ਆਪਣਾ ਕੰਮ ਦੇਖਣ ਚੱਲਿਆ। ਮੈਂ ਆਪਣੇ ਜਵਾਈ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡਾਂਗਾ।